ਅੱਗੋਂ ਨੇੜਾ ਆਇਆ, ਪਿੱਛਾ ਰਖਿਆ ਦੂਰ। ਦੇਖ ਫਰੀਦਾ ਜੇਥੀਆ, ਸ਼ੱਕਰ ਹੋਈ ਵਿਸ। ਸਾਈਂ ਬਾਝੋਂ ਆਪਣੇ, ਵੇਦਣ ਕਹੀਐ ਕਿਸ। ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ। ਸਾਕ ਪਕੰਦੀ ਆਈਆ, ਹੋਰ ਕਰੇਂਦੀ ਵਨ। ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ। ਸਾਕ ਪਕੰਦੀ ਆਈਆ, ਹੋਰ ਕਰੇਂਦੀ ਵਨ। ਗਰੀਬ ਨਵਾਜ਼। ਵਾਲੀਏ ਕੁਲ ਆਲਮ, ਸ਼ਾਹੇ ਸ਼ਹਿਨਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੁਭਾਈਮਾਨ ਸਤ ਸੰਗੀ ਜਨੋ, ਹਜ਼ੂਰ ਦੀ ਕਿਰਪਾ ਸਦਕਾ ਸਤਿਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਰੱਬੀ ਬਾਣੀ ਦਾ ਆਨੰਦ ਆਪ ਜੀ ਨੇ ਮਾਣਿਆ। ਚੱਲ ਰਹੀ ਲੜੀਵਾਰ ਮੁਤਾਬਕ ਭਗਤ ਫਰੀਦ ਜੀ ਦੇ ਪਾਵਨ ਮੁਖ ਤੋਂ ਉਚਾਰਨ ਹੋਈ ਪਾਵਨ ਬਾਣੀ ਸ਼ਲੋਕ ਫਰੀਦ ਜੀ ਕੇ 9, 10 ਅਤੇ 11 ਨੰਬਰ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਭਗਤ ਫਰੀਦ ਜੀ ਨੇ ਇਹਨਾਂ ਤਿੰਨਾਂ ਬਚਨਾਂ ਦੇ ਅੰਦਰ ਮਨੁੱਖ ਦੀ ਲੰਘ ਰਹੀ ਜ਼ਿੰਦਗੀ ਦੇ ਬਾਰੇ, ਘਟ ਰਹੇ ਦਿਨਾਂ ਪ੍ਰਤੀ ਸਵਾਸਾਂ ਦੇ ਬਾਰੇ, ਵੱਧ ਰਹੇ ਕਦਮ ਮੌਤ ਦੇ ਵੱਲ ਬੰਦੇ ਦਾ ਖਿਆਲ, ਬੰਦੇ ਦਾ ਧਿਆਨ ਦਿਵਾਇਆ। ਭਗਤ ਫਰੀਦ ਜੀ ਨੇ ਕੀ ਕਿਰਪਾ ਕੀਤੀ ਹੈ, ਕਿਸ ਢੰਗ ਦੇ ਨਾਲ, ਕਿਸ ਤਰੀਕੇ ਦੇ ਨਾਲ ਇਸ ਬਚਨ ਦੇ ਅੰਦਰ ਮਨੁੱਖ ਨੂੰ ਇਹ ਗੱਲਾਂ ਸਮਝਾਈਆਂ। ਆਓ ਇਹਨਾਂ ਪਾਵਨ ਬਚਨਾਂ ਰਾਹੀਂ ਸਮਝਣ ਦਾ ਅਤੇ ਵਿਚਾਰਨ ਦਾ ਆਪਾਂ ਯਤਨ ਕਰੀਏ ਜੀ। ਜਿਤਨੇ ਵੀ ਆਪਾਂ ਸਤਸੰਗੀ ਬਣ ਸਤਿਗੁਰੂ ਜੀ ਦੀ ਗੋਦ ਵਿੱਚ ਬੈਠੇ ਹਾਂ, ਪਿਆਰ ਅਦਬ ਸਤਿਕਾਰ ਨਾਲ ਦੋਵੇਂ ਹੱਥ ਜੋੜ ਇੱਕੇ ਵਾਰੀ ਕਹਿਣ 'ਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਚਨ ਦੇ 9 ਨੰਬਰ ਸ਼ਲੋਕ ਦੇ ਭਾਵ ਅਰਥ। ਭਗਤ ਫਰੀਦ ਜੀ ਕਹਿੰਦੇ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ। ਭਾਵ, ਹੇ ਫਰੀਦ ਵੇਖ ਜੋ ਕੁਝ ਹੁਣ ਤੱਕ ਹੋ ਚੁੱਕਿਆ। ਭਾਵ ਜੋ ਕੁਝ ਹੁਣ ਤੱਕ ਬੀਤ ਚੁੱਕਿਆ, ਭਾਵ ਜੋ ਕੁਝ ਲੰਘ ਚੁੱਕਿਆ। ਅਤੇ ਉਹ ਇਹ ਹੈ ਕਿ ਦਾੜੀ ਭਾਵ ਜਿਹੜੇ ਕੇਸ ਨੇ ਉਹ ਚਿੱਟੇ ਹੋ ਚੁੱਕੇ ਨੇ। ਭਾਵ ਦਾੜੀ ਹੋਈ ਭੂਰ ਤੋਂ ਹੈ ਕਿ ਵੀ ਕੇਸਾਂ ਦਾ ਚਿੱਟੇ ਹੋਣਾ। ਕੇਸ ਚਿੱਟੇ ਹੋ ਚੁੱਕੇ ਨੇ ਹੁਣ ਤੱਕ ਦੀ ਜ਼ਿੰਦਗੀ ਨੂੰ ਵੇਖਦੇ ਹਾਂ। ਤੇ ਅੱਗੇ ਭਗਤ ਫਰੀਦ ਜੀ ਕਹਿੰਦੇ, ਅੱਗੋਂ ਨੇੜਾ ਆਇਆ। ਜਿਹੜਾ ਅੱਗੋਂ ਨੇੜਾ ਦਾ ਭਾਵ ਅਰਥ ਹੈ ਕਿ ਵੀ ਜਿਹੜੀ ਮੌਤ ਹੈ ਨਾ, ਸਵਾਸ ਦਿਨੋਂ ਦਿਨ ਘਟਦੇ ਆ ਤੇ ਮੌਤ ਦਾ ਜਿਹੜਾ ਦਿਨ ਹੈ ਉਹ ਨੇੜੇ ਆ ਰਿਹਾ। ਅੱਗੋਂ ਨੇੜਾ ਆਇਆ, ਪਿੱਛਾ ਰਖਿਆ ਦੂਰ। ਹੁਣ ਜੋ ਕੁਝ ਪਿੱਛੇ ਸੀ, ਜੋ ਮੈਂ ਪਿੱਛੇ ਮਾਣਿਆ,
ਜੋ ਕੁਝ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਖੰਡਾਇਆ ਉਹ ਸਭ ਕੁਝ ਖਤਮ ਹੁੰਦਾ ਜਾ ਰਿਹਾ ਤੇ ਅਗਲਾ ਜਿਹੜਾ ਪਾਸਾ ਹੈ ਜ਼ਿੰਦਗੀ ਦਾ ਉਹ ਨੇੜੇ ਆਉਂਦਾ ਜਾਂਦਾ ਹੈ। ਇੱਕ ਬਚਨ ਦੇ ਰਾਹੀਂ ਆਪਾਂ ਇਸ ਪਾਵਨ ਬਚਨ ਨੂੰ ਵਿਚਾਰਦੇ ਹਾਂ। ਭਗਤ ਪ੍ਰੀਤ ਜੀ ਦੇ ਸ਼ਲੋਕਾਂ ਦੇ ਅੰਦਰ ਇੱਕ ਬੜੀ ਪਿਆਰੀ ਉਦਾਹਰਨ ਭਗਤ ਪ੍ਰੀਤ ਜੀ ਦਿੰਦੇ ਆ। ਉਸ ਉਦਾਹਰਣ ਦੇ ਰਾਹੀਂ ਇੱਕ ਗੱਲ ਸਮਝ ਲੱਗਦੀ ਹੈ। ਜਿਸ ਤਰ੍ਹਾਂ ਕੁਦਰਤ ਦੇ ਅੰਦਰ ਤੁਸੀਂ ਝਾਤ ਮਾਰਦੇ ਹੋ, ਕੁਦਰਤ ਦਾ ਇੱਕ ਨਿਯਮ ਹੈ, ਕਿਉਂਕਿ ਇਸ ਧਰਤੀ ਦੇ ਉੱਤੇ ਜਿੱਥੇ ਆਪਾਂ ਰਹਿੰਦੇ ਹਾਂ ਨਾ, ਇੱਥੇ ਬਾਰ-ਬਾਰ ਰੁੱਤਾਂ ਬਦਲਦੀਆਂ ਨੇ। ਗਰਮੀ ਦੀ ਰੁੱਤ, ਸਰਦੀ ਦੀ ਰੁੱਤ, ਤੇ ਇਹਨਾਂ ਰੁੱਤਾਂ ਦੇ ਮੁਤਾਬਕ ਹੀ ਬੰਦੇ ਦਾ ਰਹਿਣ, ਬੰਦੇ ਦਾ ਸਹਿਣ, ਬੰਦੇ ਦਾ ਖਾਣਾ, ਬੰਦੇ ਦਾ ਪੀਣਾ, ਹਰੇਕ ਚੀਜ਼ ਦੇ ਅੰਦਰ ਬਦਲਾਅ ਪੈਦਾ ਹੁੰਦਾ ਹੈ। ਕਹਿਣ ਤੋਂ ਮੁਰਾਦ ਇੰਨੀ ਬੇਨਤੀ ਕਰਾਂ, ਹਰੇਕ ਚੀਜ਼ ਸਮੇਂ ਮੁਤਾਬਕ ਬਦਲ ਰਹੀ ਹੈ। ਹਰੇਕ ਚੀਜ਼ ਦੇ ਅੰਦਰ ਬਦਲਾਅ ਪੈਦਾ ਹੋ ਰਿਹਾ ਹੈ। ਕੱਲ੍ਹ ਜਿਸ ਚੀਜ਼ ਨੂੰ ਆਪਾਂ ਵੇਖਦੇ ਸੀ ਉਹ ਅੱਜ ਵਰਗੀ ਨਹੀਂ ਹੈ। ਉਹਦਾ ਰੰਗ, ਉਹਦਾ ਰੂਪ ਬਦਲ ਚੁੱਕਾ ਹੈ। ਜਿਵੇਂ ਉਦਾਹਰਨ ਵਜੋਂ ਦੋ ਗੱਲਾਂ ਨੂੰ ਸਾਹਮਣੇ ਰੱਖਿਓ। ਦੋ ਰੁੱਤਾਂ ਆਉਂਦੀਆਂ ਨੇ ਇਸ ਸੰਸਾਰ ਦੇ ਉੱਤੇ, ਖਾਸ ਕਰ ਇਸ ਭਾਰਤ ਇੰਡੀਆ ਦੀ ਧਰਤੀ ਤੇ। ਇੱਕ ਰੁੱਤ ਆਉਂਦੀ ਹੈ ਪਤਝੜ ਦੀ, ਇੱਕ ਰੁੱਤ ਆਉਂਦੀ ਹੈ ਹਰਿਆਵਲ ਦੀ। ਜਦੋਂ ਹਰਿਆਵਲ ਦੀ ਰੁੱਤ ਆਉਂਦੀ ਹੈ ਨਾ, ਚਾਰੇ ਪਾਸੇ ਆਪਾਂ ਵੇਖਦੇ ਹਾਂ ਹਰਿਆਵਲ ਹੀ ਹਰਿਆਵਲ ਹੈ। ਜਿਹੜੇ ਪੱਤੇ ਪਤਝੜ ਦੀ ਰੁੱਤ ਦੇ ਅੰਦਰ ਝੜ ਚੁੱਕੇ ਸਨ, ਸਿਰਫ ਟਹਿਣੀਆਂ ਨਜ਼ਰ ਆਉਂਦੀਆਂ ਸਨ। ਜਦੋਂ ਹਰਿਆਵਲ ਆਈ, ਰੁੱਤ ਫਿਰੀ, ਵਣ ਜਿਹੜੇ ਸਨ ਉਹ ਹਰੇ ਹੋ ਗਏ। ਪਰ ਥੋੜ੍ਹਾ ਜਿਹਾ ਸਮਾਂ ਪਾ ਕੇ ਜਿਹੜੇ ਪੱਤੇ ਕੱਲ੍ਹ ਰੁੱਤ ਪੇਰਨ ਦੇ ਨਾਲ ਹਰੇ ਹੋਏ, ਜਿਨ੍ਹਾਂ 'ਤੇ ਹਰਿਆਵਲ ਆਈ, ਉਹ ਹੌਲੀ ਹੌਲੀ ਸਮਾਂ ਲੰਘਦਾ ਗਿਆ, ਉਹਨਾਂ ਦੇ ਅੰਦਰ ਬਦਲਾਅ ਪੈਦਾ ਹੁੰਦਾ ਗਿਆ। ਉਹ ਹਰੇ ਤੋਂ ਪੀਲੇ ਹੁੰਦੇ ਗਏ। ਪੀਲੇ ਹੋਣ ਤੋਂ ਬਾਅਦ ਉਹਨਾਂ ਨੂੰ ਝਾੜਨ ਦੀ ਲੋੜ ਨਹੀਂ ਪਈ, ਉਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਪਈ, ਆਪਣੇ ਆਪ ਉਹ ਟਹਿਣੀਆਂ ਤੋਂ ਡਿੱਗ ਪਏ। ਭਗਤ ਪ੍ਰੀਤ ਜੀ ਕਹਿੰਦੇ ਆ, ਕਹਿਣ ਲੱਗੇ, ਬੰਦਿਆ ਵੇਖ, ਜਿਵੇਂ ਪਤਝੜ ਦੀ ਰੁੱਤ ਦੇ ਉੱਤੋਂ ਪੱਤੇ ਆਪਣੇ ਆਪ ਝੜ ਜਾਂਦੇ ਆ ਦਰਖਤਾਂ ਤੋਂ, ਹਰਿਆਵਲ ਆਉਂਦੀ ਆ, ਪੱਤੇ ਹਰੇ ਹੋ ਜਾਂਦੇ ਨੇ। ਤੇਰੀ ਜ਼ਿੰਦਗੀ ਵੀ ਇੱਕ ਇਸ ਰੁੱਤ ਦੀ ਤਰ੍ਹਾਂ ਹੈ। ਬਦਲਾਅ ਪੈਦਾ ਹੋ ਰਿਹਾ, ਜ਼ਿੰਦਗੀ ਬਦਲ ਰਹੀ ਹੈ। ਉਮਰ ਜਿਹੜੀ ਹੈ ਉਸ ਦੇ ਹਿਸਾਬ ਦੇ ਨਾਲ ਹਰੇਕ ਚੀਜ਼ ਸਰੀਰ ਦੀ ਬਦਲ ਰਹੀ ਹੈ, ਬਦਲਾਅ ਪੈਦਾ ਹੋ ਰਿਹਾ। ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਫਰੀਦਾ ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਝੜ ਪਾਏ। ਹੁਣ ਵੇਖ, ਰੁੱਤ ਫਿਰਦੀ ਹੈ, ਵਣਾਂ ਦੇ ਵਿੱਚ ਜਿਹੜੀ ਹਰਿਆਵਲ ਸੀ ਉਹ ਪੱਤ ਝੜ ਦੇ ਰੂਪ ਦੇ ਵਿੱਚ ਬਦਲ ਜਾਂਦੀ ਹੈ। ਕੱਲ੍ਹ ਨੂੰ ਸਮਾਂ ਜਦੋਂ ਆਉਣਾ ਹੈ, ਉਹਦੇ ਵਿੱਚ ਫਿਰ ਬਦਲਾਵ ਹੋਣਾ ਹੈ, ਤੇ ਇਸੇ ਤਰ੍ਹਾਂ ਬਦਲਾਵ ਹੁੰਦਾ ਜਾਂਦਾ ਹੈ। ਕੁਝ ਕੁ ਉਦਾਹਰਨਾਂ ਹੋਰ। ਕੱਲੀ ਇਹ ਗੱਲ ਵਨਸਪਤੀ ਦੀ ਨਹੀਂ ਹੈ, ਜਾਂ ਇਹ ਦਰਖਤਾਂ ਦੀ ਜਾਂ ਪੇੜ ਪੌਦਿਆਂ ਦੀ ਨਹੀਂ ਹੈ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ, ਦਿਸਦੀ ਹਰੇਕ ਚੀਜ਼ ਦੀ ਉਮਰ ਹੈ। ਬੰਦੇ ਦੀ ਉਮਰ ਸਾਲਾਂ ਦੀ ਹੈ। ਬੰਦਾ ਕਹਿੰਦਾ ਕਿ ਵੀ 100 ਸਾਲ, ਚਲੋ ਵੱਧ ਕੋਈ 20 ਲਾ ਗਿਆ, ਉਹ ਗੱਲ ਵੱਖਰੀ ਹੈ। ਪਰ ਤੁਸੀਂ ਬੰਦੇ ਦੀ ਉਮਰ ਨੂੰ ਵੇਖ ਕੇ ਅੰਦਾਜ਼ਾ ਲਾਇਆ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇੱਕ ਬੜਾ ਪਿਆਰਾ ਬਚਨ ਬਾਣੀ ਦੇ ਅੰਦਰ ਸਾਨੂੰ ਸਮਝਾਇਆ। ਕੱਲੀ ਬੰਦੇ ਦੀ ਉਮਰ ਨਹੀਂ। ਭਗਤ ਪ੍ਰੀਤ ਜੀ ਦਾ ਹੀ ਇੱਕ ਬਚਨ ਮੈਂ ਤੁਹਾਡੇ ਨਾਲ ਉਹਨਾਂ ਦੇ 4 ਸ਼ਬਦਾਂ ਦੇ ਵਿੱਚੋਂ। ਭਗਤ ਪ੍ਰੀਤ ਜੀ ਕਹਿੰਦੇ, ਬੰਦਿਆ ਵੇਖ ਕਦੇ ਜ਼ਮੀਨ ਨੂੰ ਅਸਮਾਨ ਪੁੱਛਦਾ। ਇਹਨਾਂ ਨੇ ਇੱਕ ਦੂਜੇ ਨਾਲ ਗੱਲ ਕੀਤੀ ਹੈ, ਜਿਮੀ ਪੁੱਛੇ ਅਸਮਾਨ, ਫਰੀਦਾ ਖੇਵਟ ਕਿਨ ਗਏ। ਕਹਿਣ ਲੱਗੇ, ਵੇਖ, ਜ਼ਮੀਨ ਜਿਮੀ ਪੁੱਛੇ ਅਸਮਾਨ, ਜ਼ਮੀਨ ਅਸਮਾਨ ਨੂੰ ਪੁੱਛਦੀ ਹੈ ਕਿ ਵੀ ਇੱਥੇ ਰਹਿਣ ਵਾਲੇ ਕਿੱਥੇ ਗਏ ਆ।
ਹੁਣ ਜਦੋਂ ਆਪਸ ਦੇ ਵਿੱਚ ਉਹ ਗੱਲਾਂ ਕਰਦੇ ਆ ਤੇ ਖਜੂਰ ਕਹਿੰਦੇ ਆ ਜਿਹੜੇ ਇਹ ਇੱਕ ਦੂਜੇ ਨੂੰ ਪੁੱਛਦੇ ਆ ਨਾ ਤੇ ਇਸ ਅਸਮਾਨ ਨੇ ਰਹਿਣਾ ਹੈ, ਨਾ ਹੀ ਇਸ ਜ਼ਮੀਨ ਨੇ ਰਹਿਣਾ ਹੈ। ਭਾਵ ਜ਼ਮੀਨ ਤੇ ਰਹਿਣ ਵਾਲੀਆਂ ਹਰੇਕ ਚੀਜ਼ਾਂ ਫਨਾ ਹੋ ਜਾਣਗੀਆਂ, ਖਤਮ ਹੋ ਜਾਣਗੀਆਂ, ਤੇ ਜਿਹੜੀਆਂ ਅਸਮਾਨ ਤੇ ਦਿਸਦੀਆਂ ਚੀਜ਼ਾਂ ਨੇ, ਭਾਵੇਂ ਉਹ ਤਾਰੇ ਹੋਣ, ਭਾਵੇਂ ਉਹ ਚੰਦਰਮਾ ਹੋਵੇ, ਭਾਵੇਂ ਉਹ ਸੂਰਜ ਹੋਵੇ, ਭਾਵੇਂ ਇਹਨਾਂ ਦੀ ਉਮਰ ਜੁਗਾਂ ਲੰਮੀ ਹੈ, ਪਰ ਇੱਕ ਮਿੱਥੀ ਹੋਈ ਚੀਜ਼ ਹੈ ਨਾ। ਸੂਰਜ ਵੀ ਮਿੱਥਿਆ ਹੋਇਆ, ਚੰਦਰਮਾ ਵੀ ਮਿੱਥਿਆ ਹੋਇਆ, ਤਾਰੇ ਰੋਜ਼ ਟੁੱਟਦੇ ਆ, ਰੋਜ਼ ਬਣਦੇ ਆ। ਸਤਿਗੁਰੂ ਜੀ ਕਹਿੰਦੇ ਹਰੇਕ ਜੀਵ, ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਰਵ ਸਸ ਘਟੰਤ ਦੀਪ ਲੋਹੰਗ, ਸਭ ਕੁਝ ਘਟ ਰਿਹਾ, ਜੋ ਕੁਝ ਦਿਸਦਾ ਹੈ। ਸਭ ਦੀਆਂ ਉਦਾਹਰਨਾਂ ਦੇ ਕੇ ਸਤਿਗੁਰੂ ਜੀ ਨੇ ਸਾਨੂੰ ਇੱਕ ਬੰਦੇ ਦੀ ਜ਼ਿੰਦਗੀ ਵੱਲ ਖਿਆਲ ਦਿਵਾਇਆ, ਬੰਦੇ ਵੱਲ ਧਿਆਨ ਦਿਵਾਇਆ। ਬੰਦਿਆ ਕਦੀ ਆਪਣੇ ਵੱਲ ਧਿਆਨ ਦੇ, ਜਿਵੇਂ ਹਰੇਕ ਚੀਜ਼ ਬਦਲਦੀ ਹੈ, ਜਿਵੇਂ ਜਿਵੇਂ ਤੂੰ ਉਮਰ ਦੇ ਵਿੱਚੋਂ ਲੰਘਦਾ ਹੈ ਨਾ। ਉਸ ਦਿਨ ਬੇਨਤੀ ਕੀਤੀ ਸੀ, ਪੜਾਅ ਨੇ 3 ਜ਼ਿੰਦਗੀ ਦੇ, ਬਾਣੀ ਦੇ ਅੰਦਰ 3 ਪੜਾਅ, ਬਾਲ ਜਵਾਨੀ ਅਤੇ ਬਿਰਧ। ਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਬੰਦੇ ਦੀ ਜ਼ਿੰਦਗੀ ਦੇ 4 ਪਹਿਰਾਂ ਦਾ ਵੀ ਜ਼ਿਕਰ ਕੀਤਾ ਹੈ। 4 ਪਹਿਰਾਂ ਦੇ ਵਿੱਚੋਂ ਲੰਘਦਾ ਹੈ, ਉਹਦਾ ਇੱਕ ਆਪਣਾ ਵਿਸ਼ਾ ਹੈ। ਸੋ ਬੇਨਤੀ ਕਰਾਂ, ਬਚਪਨ ਹੋਰ ਸੀ, ਬਦਲਾਵ ਆਇਆ, ਜਵਾਨੀ ਵਿੱਚ ਆਇਆ। ਬਚਪਨ ਵਾਲੀ ਚੀਜ਼ ਨਹੀਂ ਹੁਣ। ਜੇ ਬੰਦਾ ਕਹੇ ਕਿ ਮੈਨੂੰ ਉਹੀ ਚੀਜ਼ ਚਾਹੀਦੀ ਹੈ, ਨਹੀਂ। ਹੁਣ ਸਤਿਗੁਰੂ ਜੀ ਕਹਿੰਦੇ ਜ਼ਿੰਦਗੀ 'ਚ ਬਦਲਾਵ ਆਇਆ। ਜੇ ਬਚਪਨ ਵਿੱਚ ਕੁਝ ਹੋਰ ਸੀ ਹੰਡਾਉਣਾ, ਕੁਝ ਹੋਰ ਹੰਡਾਉਂਦਾ ਸੀ, ਅੱਜ ਜਵਾਨੀ ਦੇ ਪੈਰ ਦੇ ਅੰਦਰ ਉਹ ਚੀਜ਼ਾਂ ਨਹੀਂ ਹੰਡਾ ਸਕਦਾ। ਹੁਣ ਜਵਾਨੀ ਦੇ ਅੰਦਰ ਵੱਖ ਜਿਹੜਾ ਰਹਿਣ ਸਹਿਣ ਹੈ, ਇਸੇ ਤਰ੍ਹਾਂ ਜਵਾਨੀ ਦੇ ਵਿੱਚ ਆਇਆ, ਬੁਢੇਪੇ ਵਿੱਚ ਆ ਗਿਆ। ਹੁਣ ਜੋ ਕੁਝ ਬੁਢੇਪੇ ਵਿੱਚ ਹੈ, ਜਵਾਨੀ ਵੇਲੇ ਵਾਲਾ ਇਹਨੂੰ ਮਿਲ ਨਹੀਂ ਸਕਦਾ। ਇਸ ਤਰ੍ਹਾਂ ਹਜ਼ੂਰ ਕਹਿੰਦੇ ਆ, ਭਗਤ ਫਰੀਦ ਜੀ ਕਹਿੰਦੇ, ਫਰੀਦਾ ਦੇਖ ਫਰੀਦਾ ਜੋਥੀਆ ਦਾੜੀ ਹੋਈ ਭੂਰ। ਭਗਤ ਫਰੀਦ ਜੀ ਕਹਿੰਦੇ ਵੇਖ ਆਪਣੇ ਵੱਲ ਝਾਤ ਮਾਰ, ਦਾੜੀ ਜਿਹੜੀ ਆ ਭੂਰ ਹੋ ਗਈ, ਭਾਵ ਕੇਸ ਜਿਹੜੇ ਸਨ ਕਾਲੇ ਤੋਂ ਚਿੱਟੇ ਹੋ ਗਏ। ਭਾਵ ਤੇਰੇ ਤੇ ਵੀ ਰੁੱਤ ਆਈ, ਤੇਰੇ ਤੇ ਵੀ ਬਦਲਾਵ ਆਇਆ। ਉਹ ਗੱਲ ਵੱਖਰੀ ਹੈ ਕਿ ਵੀ ਬੰਦਾ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦਾ। ਬੰਦਾ ਕਹਿੰਦਾ ਕਿ ਵੀ ਇੱਕ ਵੀ ਚਿੱਟਾ ਵਾਲ ਆ ਗਿਆ, ਸੰਸਾਰ ਕੀ ਕਹੇਗਾ, ਤੂੰ ਬੁੱਢਾ ਹੋ ਗਿਆ। ਨਹੀਂ, ਮੈਂ ਕਹਾਉਣਾ ਨਹੀਂ ਚਾਹੁੰਦਾ। ਉਹਨੂੰ ਲੁਕਾਉਣ ਦੇ ਲਈ ਬੰਦਾ ਯਤਨ ਵੀ ਬੜੇ ਕਰਦਾ, ਪਰ ਜਰ ਆਈ ਜੋਬਨ ਹਾਰਿਆ, ਇਹ ਤਾਂ ਹਰੇਕ ਬੰਦੇ ਤੇ ਆਏਗੀ। ਭਾਵ ਜਰ ਦਾ ਅਰਥ ਕੀ ਹੈ? ਜਰ ਦਾ ਅਰਥ ਹੈ ਬੁਢੇਪਾ ਆਉਣਾ। ਤੇ ਜਿਹੜੀ ਗੱਲ ਅੱਜ ਜੋਬਨ ਵੇਲੇ ਹੈ, ਉਹ ਜਰ ਜਦੋਂ ਆਈ ਉਹ ਗੱਲ ਨਹੀਂ ਬਣੇਗੀ, ਜਿੰਨਾ ਮਰਜ਼ੀ ਬੰਦਾ ਲੁਕਾ ਲੈ। ਕਦੋਂ ਤੱਕ ਲੁਕਾਏਗਾ? ਜਰ ਆਈ ਜੋਬਨ ਹਾਰਿਆ, ਜੋਬਨ ਨੂੰ ਹਾਰਨਾ ਹੀ ਪਏਗਾ। ਅੱਜ ਹਾਰਦਾ ਕੋਈ, ਕੱਲ ਨੂੰ ਹਾਰਦਾ। ਸੋ ਬੇਨਤੀ ਕਰਾਂ ਇੱਕ ਛੋਟੀ ਜਿਹੀ ਉਦਾਹਰਨ, ਫਿਰ ਅਗਲੇ ਬਚਨਾਂ ਵੱਲ ਖਿਆਲ ਆਪਾਂ ਵਿਚਾਰ ਨੂੰ ਆਰੰਭਾਂਗੇ। 13 ਸਾਲ ਦੀ ਉਮਰ ਸੀ ਉਸ ਬਾਲਕ ਦੀ, ਜਿਹੜਾ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਬਾ ਕਮਾਲ ਦੀਆਂ ਉੱਚ ਦਰਜੇ ਦੀਆਂ ਗੱਲਾਂ ਕਰਦਾ। 13 ਸਾਲ ਦੀ ਉਮਰ। ਇਤਿਹਾਸ ਕਹਿੰਦਾ ਉਹਦਾ ਨਾਮ ਹੈ ਬਾਬਾ ਬੁੱਢਾ ਜੀ। ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਉਹ ਮਿਲਦਾ ਹੈ ਨਾ, ਕਹਿਣ ਲੱਗਾ, ਬਾਬਾ ਮੈਂ ਵੇਖਿਆ ਹਾਕਮ ਲੋਕ ਆਉਂਦੇ ਆ, ਜਦੋਂ ਹਾਕਮ ਲੋਕਾਂ ਦੇ ਘੋੜੇ ਇਹਨਾਂ ਖੇਤਾਂ ਦੇ ਵਿੱਚੋਂ ਲੰਘਦੇ ਆ, ਉਹ ਇਹ ਨਹੀਂ ਵੇਖਦੇ ਕਿ ਫਸਲ ਕੱਚੀ ਹੈ, ਉਹ ਇਹ ਨਹੀਂ ਵੇਖਦੇ ਫਸਲ ਪੱਕੀ ਹੈ। ਉਹਨਾਂ ਦੇ ਘੋੜੇ ਆਉਂਦੇ ਆ, ਭਾਵੇਂ ਫਸਲ ਕੱਚੀ ਹੋਵੇ, ਭਾਵੇਂ ਫਸਲ ਪੱਕੀ ਹੋਵੇ, ਉਹਨਾਂ ਦੇ ਘੋੜਿਆਂ ਦੀਆਂ ਟਾਪਾਂ ਜਦੋਂ ਇਹਨਾਂ ਫਸਲਾਂ ਤੇ ਪੈਂਦੀਆਂ ਨੇ, ਸਾਰੀਆਂ ਫਸਲਾਂ ਉੱਜੜ ਜਾਂਦੀਆਂ ਨੇ। ਬਾਬਾ ਕਿ ਜ਼ਿੰਦਗੀ ਦੀ ਵੀ ਇਹੀ ਕਹਾਣੀ ਹੈ। ਜਦੋਂ ਮੈਂ ਆਪਣੇ ਵੱਲ ਝਾਤ ਮਾਰਦਾ, ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਵੀ ਜਿਵੇਂ ਕੱਚੀ ਵੱਢੀ ਗਈ, ਰੱਬ ਭਾਵੇਂ ਅੱਜ ਬਾਲਪਨ ਹੈ, ਕੀ ਪਤਾ ਬਾਲਪਨ ਦੇ ਵਿੱਚ ਲੈ ਜਾਏ, ਕੱਲ ਨੂੰ ਜੇ ਪੱਕਿਆ ਵੀ ਗਿਆ, ਭਾਵ ਇਹ ਦਾੜਾ ਚਿੱਟਾ ਵੀ ਹੋ ਗਿਆ, ਜਾਣਾ ਤੇ ਉਦੋਂ ਹੀ ਹੈ। ਇੱਕ ਬਚਨ ਆਪਾਂ ਭਗਤ ਫਰੀਦ ਜੀ ਦਾ ਪੜ੍ਹਦੇ ਹਾਂ, ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਭੀ ਪਲੀਆਂ।
ਇਹਦੇ ਵਿੱਚ ਜਿਵੇਂ ਕਹਿੰਦੇ ਨਾ ਦਾੜੀ ਹੋਈ ਭੂਰ, ਉਹਦੇ ਵਿੱਚ ਭਗਤ ਪ੍ਰੀਤ ਜੀ ਕਹਿੰਦੇ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਭੀ ਪਲੀਆਂ, ਰੇ ਮਨ ਗਹਿਲੇ ਬਾਵਲੇ ਮਾਣੈ ਕਿਆ ਰਲੀਆਂ। ਕਹਿਣ ਲੱਗੇ ਸਾਰਾ ਕੁਝ ਹੰਢਾ ਲਿਆ, ਤੇ ਬੰਦਾ ਸਾਰਾ ਕੁਝ ਹੰਢਾ ਕੇ ਵੀ ਦਾੜਾ ਚਿੱਟਾ ਹੋ ਗਿਆ, ਕੇਸ ਚਿੱਟੇ ਹੋ ਗਏ, ਹਜੇ ਵੀ ਇਹਦੇ ਅੰਦਰ ਦੀ ਵਾਸ਼ਨਾ ਨਹੀਂ ਗਈ, ਹਜੇ ਵੀ ਇਹਦੇ ਅੰਦਰ ਦੀ ਤ੍ਰਿਸ਼ਨਾ ਨਹੀਂ ਗਈ। ਹਜੇ ਵੀ ਸਤਿਗੁਰੂ ਜੀ ਕਹਿੰਦੇ ਲਾਲਚ ਦੇ ਵਿੱਚ ਬੈਠਾ, ਤ੍ਰਿਸ਼ਨਾ ਦੇ ਵਿੱਚ ਬੈਠਾ ਬੰਦਾ ਕਹਿੰਦਾ ਕਿ ਮੈਨੂੰ ਹਜੇ ਵੀ ਬੜਾ ਕੁਝ ਚਾਹੀਦਾ। ਦਾੜੀ ਹੋਈ ਭੂਰ, ਸਾਰਾ ਕੁਝ ਜਾ ਰਿਹਾ ਹੈ। ਇੱਕ ਬਚਨ ਆਪਾਂ ਪੜ੍ਹਦੇ ਹਾਂ ਭਗਤ ਕਬੀਰ ਜੀ ਦਾ। ਭਗਤ ਕਬੀਰ ਜੀ ਉਹਦੇ ਅੰਦਰ ਇਹੀ ਕਹਿੰਦੇ ਆ, ਹਾਲਾਂਕਿ ਅੱਗੇ ਜਾ ਕੇ ਉਹ ਬਚਨ ਆਪਾਂ ਵਿਚਾਰਨਾ ਹੈ। ਭਗਤ ਪ੍ਰੀਤ ਜੀ ਕਹਿੰਦੇ ਸਾਰਾ ਕੁਝ ਹੱਥੋਂ ਨਿਕਲਦਾ ਜਾ ਰਿਹਾ, ਪਰ ਬੰਦਾ ਕਿੱਥੇ ਚਾਹੁੰਦਾ ਕਿ ਮੇਰੇ ਹੱਥੋਂ ਕੁਝ ਨਿਕਲੇ। ਇੱਕ ਨਾ ਵਿਦਵਾਨ ਸੱਜਣ ਬੜੀ ਪਿਆਰੀ ਉਦਾਹਰਣ ਦਿੰਦੇ ਆ, ਦਾੜੀ ਹੋਈ ਭੂਰ, ਸਾਰਾ ਕੁਝ ਜਾ ਰਿਹਾ, ਪਰ ਬੰਦੇ ਦੇ ਅੰਦਰ ਦੀ ਵਾਸ਼ਨਾ ਨਹੀਂ ਜਾ ਰਹੀ, ਅੰਦਰ ਦੀ ਤ੍ਰਿਸ਼ਨਾ ਨਹੀਂ ਜਾ ਰਹੀ। ਕਹਿੰਦੇ ਇੱਕ ਕਾਫੀ ਅਮੀਰ ਦੌਲਤਮੰਦ ਬੰਦਾ ਸੀ, ਬਿਮਾਰ ਪੈ ਗਿਆ। ਬਿਮਾਰ ਅਥਾਹ ਜਦੋਂ ਬਿਮਾਰ ਹੋ ਗਿਆ ਨਾ, ਮੰਜੇ ਤੇ ਪਿਆ, ਇੱਕੋ ਬੋਲ ਉਹਦੇ ਮੂੰਹ ਦੇ ਵਿੱਚੋਂ ਨਿਕਲਦਾ, ਬਾਜ ਆ, ਬਸ ਆਹੀ ਬੋਲ ਬੋਲਦਾ। ਹੁਣ ਜਿਹੜੇ 5-7 ਘਰ ਦੇ ਮੈਂਬਰ ਨੇ, ਉਹਨਾਂ ਨੂੰ ਇਹ ਲੱਗਦਾ ਕਿ ਪਤਾ ਨਹੀਂ ਕਿਹੜੇ ਖਜ਼ਾਨੇ ਦੀ ਗੱਲ ਕਰਦਾ, 2 ਹੀ ਅੱਖਰ ਆਂਦਾ ਬਾਜ ਆ। ਉਹਨਾਂ ਦੇ ਵੀ ਪੱਲੇ ਨਹੀਂ ਪੈਂਦੇ ਕਿ ਵੀ ਕਹਿੰਦਾ ਕੀ ਹੈ। ਹੁਣ ਉਹ ਕਹਿੰਦੇ ਕਿ ਵੀ ਕਰੀਏ ਕੀ। ਤੇ ਕਈ ਵਾਰ ਐਸਾ ਵੀ ਹੁੰਦਾ, ਵਿਦਵਾਨ ਸੁਣਾਉਣ ਵਾਲੇ ਸੁਣਾਉਂਦੇ ਆ, ਕਹਿਣ ਲੱਗੇ ਐਸਾ ਵੀ ਹੁੰਦਾ, ਹੁਣ ਜਿਹੜਾ ਆਪ ਤੇ ਲਾਲਚ ਵਿੱਚ ਅਟਿਆ ਤੇ ਉਹਦੇ ਘਰ ਦੇ ਉਦੋਂ ਵੱਧ ਲਾਲਚ ਵਿੱਚ ਨੇ। ਕਹਿੰਦੇ ਕਈ ਵਾਰ ਕੱਲਾ ਕੱਲਾ ਬੰਦਾ ਉਹਦੇ ਕੋਲ ਆ ਕੇ ਖਲੋਂਦਾ ਕਿ ਵੀ ਇਹ ਕਹਿੰਦਾ ਕੀ ਹੈ। ਹੁਣ ਉਹਨਾਂ ਨੇ ਇੱਕ ਸਕੀਮ ਲੜਾਈ, ਕਹਿਣ ਲੱਗੇ ਵੀ ਕਿਉਂ ਨਾ ਆਪਾਂ ਇਹਦਾ ਥੋੜਾ ਜਿਹਾ ਇਲਾਜ ਕਰ ਲਈਏ ਕਿ ਬੋਲਣ ਜੋਗਾ ਹੋ ਜਾਏ, ਜੋ ਇਹ ਬੋਲਦਾ ਸਾਨੂੰ ਪਤਾ ਲੱਗਦਾ। ਕਹਿਣ ਲੱਗੇ ਦਵਾਈ ਤਿਆਰ ਕਰਾਈ, ਦਵਾਈ ਤਿਆਰ ਕਰਕੇ ਸਾਰੇ ਟੱਬਰ ਨੇ ਉਹਨੂੰ ਖਵਾਈ। ਕਹਿਣ ਲੱਗੇ ਹੁਣ ਬੋਲ ਬਾਬਾ, ਕੀ ਬੋਲਦਾ ਸੈਂ, ਹੁਣ ਦੱਸ ਕੀ ਕਹਿੰਦਾ ਸੈਂ। ਕਹਿਣ ਲੱਗਾ ਮੈਂ ਕਹਿੰਦਾ ਸਾਂ ਬਾਜ ਆ। ਉਹਦਾ ਮਤਲਬ ਕੀ ਸੀ। ਕਹਿਣ ਲੱਗੇ ਮੈਂ ਤਾਂ ਬਾਜ ਆ ਤਾਂ ਕਹਿੰਦਾ ਸਾਂ, ਬਾਹਰ ਜਾ ਕੇ ਵੇਖ ਲਓ ਵਛੇਰਾ ਵੱਜਾ ਜੇ ਕਿਤੇ ਝਾੜੂ ਨਾ ਖਾ ਜਾਏ। ਲਾਲਸਾ ਬੰਦੇ ਦੀ ਹਜੇ ਵੀ ਧਿਆਨ ਦੁਨਿਆਵੀ ਚੀਜ਼ਾਂ, ਮਰਦੇ ਦਮ ਦੇ ਵਿੱਚ ਪਿਆ, ਦਮ ਨਿਕਲਣ ਵਾਲੇ ਆ। ਤੇ ਚੇਤੇ ਰੱਖਣਾ ਹਜੇ ਵੀ ਬਾਹਰ ਦੀਆਂ ਚੀਜ਼ਾਂ ਪਈਆਂ ਸੁੱਝਦੀਆਂ ਨੇ। ਘਰ ਦੇ ਮੱਥੇ ਤੇ ਹੱਥ ਮਾਰਦੇ ਅਸੀਂ ਪਤਾ ਨਹੀਂ ਕੀ ਸੋਚੀ ਬੈਠਾ, ਕਿਹੜਾ ਖਜ਼ਾਨਾ ਦੱਬੀ ਬੈਠਾ। ਚੇਤੇ ਰੱਖਣਾ ਨਾ ਜਿਉਂਦੇ ਦੀ ਤ੍ਰਿਸ਼ਨਾ ਮੁੱਕਦੀ ਹੈ, ਤੇ ਜਿਹੜਾ ਮਰਨ ਕੰਡੇ ਪਿਆ ਨਾ ਉਹਦੀ ਤ੍ਰਿਸ਼ਨਾ ਬੋਲਦੀ ਹੈ। ਤੇ ਇੱਕ ਬਚਨ ਆਪਾਂ ਅਸਲ ਉਦਣ ਵਿਚਾਰਿਆ ਸੀ, ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੈ ਸੰਗ ਰਹਤੇ। ਇਸ ਬਚਨ ਵੱਲ ਧਿਆਨ ਦਿਓ। ਆਪਾਂ ਦੇ ਚੇਤੇ ਰੱਖਣਾ, ਇਸ ਸ਼ਬਦ ਨੂੰ ਆਧਾਰ ਬਣਾ ਕੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਸ਼ਬਦ ਪੜ੍ਹ ਲੈ, ਕਦੀ ਭਾਵ ਅਰਥਾਂ ਵੱਲ ਧਿਆਨ ਮਾਰਿਆ ਨਹੀਂ। ਇਹਦੀ ਵਿਚਾਰ ਆਪਾਂ ਕੀਤੀ ਸੀ। ਵਿਚਾਰ ਕਰਦਿਆਂ ਮੈਂ ਆਪ ਜੀ ਦੇ ਨਾਲ ਇਹ ਗੱਲ ਕੀਤੀ ਸੀ, ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੈ ਸੰਗ ਰਹਤੇ। ਭਾਵ ਇਹਦੇ ਅਰਥ ਇਹ ਸਨ ਕਿ ਵੀ ਜਿਹੜੀਆਂ ਚੀਜ਼ਾਂ ਕੱਲ ਦੇਹੀ ਨਾਲ ਰਹਿੰਦੀਆਂ ਸਨ, ਭਾਵ ਸਾਡੇ ਅੰਦਰ ਦੇ ਵਿਕਾਰ, ਸਾਡੇ ਅੰਦਰ ਦੇ ਕਰਮ ਇੰਦਰੇ, ਸਾਡੇ ਅੰਦਰ ਦੇ ਗਿਆਨ ਇੰਦਰੇ, ਹੁਣ ਬੋਲ ਕੇ ਦੱਸ ਨਾ ਤੇ ਤੇਰੇ ਉਹ ਕਰਮ ਇੰਦਰੇ ਤੈਨੂੰ ਸਾਥ ਦਿੰਦੇ ਆ, ਨਾ ਉਹ ਗਿਆਨ ਇੰਦਰੇ ਸਾਥ ਦਿੰਦੇ ਆ। ਤੇ ਜਿਨ੍ਹਾਂ ਵਿਕਾਰਾਂ ਕਰਕੇ ਤੂੰ ਉਛਲ ਪੈਂਦਾ ਸੈਂ, ਅੱਜ ਉਹਨਾਂ ਵਿਕਾਰਾਂ ਨੂੰ ਸੱਦ ਜਿਨ੍ਹਾਂ ਕਰਕੇ ਤੂੰ ਆਪਣਾ ਆਪ ਗਵਾਈ ਬੈਠਾ ਸੈਂ, ਨਾ ਉਹਨਾਂ ਨੇ ਤੇਰਾ ਸਾਥ ਦੇਣਾ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੈ ਸੰਗ ਰਹਤੇ। ਸਭ ਕੁਝ ਤੇਰੇ ਨਾਲ ਸੀ, ਪਰ ਅੱਜ ਸਭ ਕੁਝ ਨਾਲ ਰਹਿਣ ਵਾਲਾ ਵੀ ਛੱਡ ਗਿਆ। ਦਾੜੀ ਹੋਈ ਭੂਰ। ਹੁਣ ਅੱਗੇ ਭਗਤ ਪ੍ਰੀਤ ਜੀ ਕਹਿੰਦੇ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਹੁਣ ਅਗਲਾ ਪਾਸਾ ਜ਼ਿੰਦਗੀ ਦਾ, ਭਾਵ ਮੌਤ ਨੇੜੇ ਆ ਗਈ। ਭਾਵ ਮੌਤ ਜਿਹੜੀ ਸੀ, ਮੈਂ ਬੇਨਤੀ ਕਰਾਂ ਭਗਤ ਫਰੀਦ ਜੀ ਦੇ ਪਾਵਨ ਬਚਨਾਂ ਦੇ ਅੰਦਰ, ਜਿੱਥੋਂ ਮਰਜ਼ੀ ਛੂਹ ਲੈਣਾ ਬਚਨਾਂ ਨੂੰ, ਮੌਤ ਹੀ ਯਾਦ ਕਰਾਈ ਹੈ। ਹਜੂਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਨਾ 3 ਵਿਸ਼ੇ ਸਭ ਤੋਂ ਅਹਿਮ ਵਿਚਾਰਨ ਵਾਲੇ ਨੇ। ਇੱਕ ਮਨ ਦਾ ਵਿਸ਼ਾ, ਇੱਕ ਤਨ ਦਾ ਵਿਸ਼ਾ। ਮਨ ਦਾ ਵਿਸ਼ਾ ਆਤਮੇ ਦੇ ਨਾਲ ਸੰਬੰਧ ਰੱਖਦਾ ਹੈ,
ਤੇ ਮਨ ਦੇ ਨਾਲ ਸੰਬੰਧ ਰੱਖਦਾ ਹੈ। ਤਨ ਦਾ ਵਿਸ਼ਾ ਸਾਡੇ ਸਰੀਰ ਤੇ ਬਾਹਰ ਦੇ ਨਾਲ ਸੰਬੰਧ ਰੱਖਦਾ ਹੈ। ਇੱਕ ਵਿਸ਼ਾ ਹੈ ਸਭ ਤੋਂ ਅਹਿਮ, ਉਹ ਹੈ ਮੌਤ ਦਾ ਵਿਸ਼ਾ। ਚੇਤੇ ਰੱਖਣਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਇਹਨਾਂ ਤਿੰਨਾਂ ਵਿਸ਼ਿਆਂ ਨੂੰ ਸਾਡੇ ਸਾਹਮਣੇ ਖੋਲ੍ਹਿਆ। ਜਿਹੜਾ ਬੰਦਾ ਮੌਤ ਤੋਂ ਭੱਜਦਾ, ਭਗਤ ਫਰੀਦ ਜੀ ਕਹਿੰਦੇ ਅੱਗੋਂ ਨੇੜਾ ਆਇਆ, ਹੁਣ ਅਗਲਾ ਪਾਸਾ ਨੇੜੇ ਆ ਗਿਆ। ਇੱਕ ਸਿਆਣੇ ਉਦਾਹਰਨ ਦਿੰਦੇ ਨੇ, ਪੁਲਾਂ ਦੇ ਹੇਠੋਂ ਲੰਘਿਆ ਪਾਣੀ ਕਦੀ ਵਾਪਸ ਨਹੀਂ ਮੁੜਿਆ ਕਰਦਾ। ਬੀਤ ਚੁੱਕੀ ਉਮਰ ਨੂੰ ਬੰਦਾ ਜਿੰਨਾ ਮਰਜ਼ੀ ਲਿਸ਼ਕਾ ਪੁਸ਼ਕਾ ਕੇ ਆਖੇ ਮੈਂ ਵਾਪਸ ਲਿਆਉਣ ਦਾ ਯਤਨ ਕਰਾਂ, ਜਿਵੇਂ ਕਹਿੰਦੇ ਨਿਕਲਿਆ ਤੀਰ ਕਮਾਨੋਂ ਵਾਪਸ ਨਹੀਂ ਨਿਕਲਦਾ, ਪੁਲਾਂ ਹੇਠੋਂ ਲੰਘਿਆ ਪਾਣੀ ਵਾਪਸ ਨਹੀਂ ਮੁੜਦਾ। ਬੰਦਿਆ ਲੰਘੀ ਹੋਈ ਉਮਰ ਜਿੰਨਾ ਮਰਜ਼ੀ ਯਤਨ ਕਰ ਲਈ, ਅੱਗੋਂ ਨੇੜਾ ਆਇਆ, ਉਹ ਨੇੜੇ ਆ ਰਿਹਾ ਹੈ। ਜਿਹਨੂੰ ਸਤਿਗੁਰੂ ਜੀ ਕਹਿੰਦੇ ਦੂੜਾ ਆਇਓਏ ਜਮੈ ਤਣਾ, ਜਮ ਰੂਪੀ ਮੌਤ ਰੂਪੀ ਤਣਾ ਜਿਹੜਾ ਹੈ ਉਹ ਤੇਰੇ ਨੇੜੇ ਆ ਰਿਹਾ ਹੈ। ਦੂੜਾ ਆਇਓਏ, ਦੂੜਾ ਦਾ ਅਰਥ ਹੁੰਦਾ ਦੌੜਿਆ ਹੋਇਆ। ਦੂੜਾ ਆਇਓ ਇਹ ਜਮੈ ਤਣਾ, ਅੱਗੋਂ ਨੇੜਾ ਆਇਆ। ਦੂੜਾ ਆਇਓ ਜਮੈ ਤਣਾ, ਤਿਸ ਅੱਗ ਲੜੇ ਮੈਂ ਰਹਿਣ ਨਾ ਜਾਏ। ਕੋਈ ਕੋਈ ਸਾਜਨ ਆਏ ਕਹੈ ਮਿਲ ਮੇਰੇ ਬੀਠਲਾ, ਮੈਂ ਗਲ ਲਿਹੋ ਮਿਲਾਏ। ਸਤਿਗੁਰੂ ਜੀ ਕਹਿੰਦੇ ਕੋਈ ਕੋਈ ਸੱਜਣ ਇਹ ਕਹਿੰਦਾ ਕਿ ਭਲਿਆ ਮੌਤ ਨੇੜੇ ਆਈ ਹੈ, ਹੁਣ ਤੇ ਸੱਜਣ ਦੀਆਂ ਗਲ ਵਕੜੀਆਂ ਵਿੱਚ ਪੈ ਜਾ, ਕਿਉਂਕਿ ਜੇ ਹੁਣ ਸੱਜਣ ਦੀ ਗਲ ਵਕੜੀ ਵਿੱਚ ਨਾ ਪਿਆ, ਮੌਤ ਨੇ ਐਸਾ ਜੱਫਾ ਤੈਨੂੰ ਮਾਰਨਾ, ਮੁੜ ਕੇ ਪਤਾ ਨਹੀਂ ਉਸ ਰੱਬ ਦੀ, ਉਸ ਗੁਰੂ ਦੀ ਗਲ ਵਕੜੀ ਤੈਨੂੰ ਮਿਲੇ ਕਿ ਨਾ ਮਿਲੇ, ਕਿਉਂਕਿ ਦੌੜਿਆ ਤੇਰੇ ਵੱਲ ਆ ਰਿਹਾ, ਇਹਦੇ ਤੋਂ ਬਚਾ ਕੋਈ ਨਹੀਂ। ਤੇ ਭਗਤ ਫਰੀਦ ਜੀ ਕਹਿੰਦੇ ਅੱਗੋਂ ਨੇੜਾ ਆਇਓਏ ਪਿੱਛਾ ਰੱਖਿਆ ਦੂਰ, ਜੋ ਕੁਝ ਪਿੱਛੇ ਮਾਣਿਆ, ਜੋ ਕੁਝ ਪਿੱਛੇ ਖੰਡਾਇਆ, ਉਹ ਸਭ ਕੁਝ ਪਿੱਛੇ ਰਹਿ ਜਾਣਾ। ਤੇ ਅੱਗੇ ਕਹਿੰਦੇ ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ। ਭਾਵ ਕੀ ਹੈ, ਜਿਨ੍ਹਾਂ ਚੀਜ਼ਾਂ ਨੂੰ ਬੜੇ ਆਨੰਦ ਦੇ ਨਾਲ ਖਾਂਦਾ ਸੀ, ਜਿਨ੍ਹਾਂ ਚੀਜ਼ਾਂ ਨੂੰ ਬੜੇ ਸੁੱਖਦਾਈ ਸਮਝ ਕੇ ਪਹਿਨਦਾ ਸੀ, ਆਪਣੀ ਜ਼ਿੰਦਗੀ ਵਿੱਚ ਹੰਡਾਉਂਦਾ ਸੀ, ਅੱਜ ਜਦੋਂ ਉਹਨਾਂ ਦੇ ਸਵਾਦ ਆਪਣੀ ਜੀਭ ਤੇ ਟਿਕਾਉਂਦਾ ਹੈ ਨਾ, ਕਹਿੰਦਾ ਕਿ ਵੀ ਅੱਜ ਮੈਨੂੰ ਇਹ ਬੜੇ ਕੋੜੇ ਲੱਗਦੇ ਆ। ਚੇਤੇ ਰੱਖਣਾ, ਉਮਰ ਸੀ ਜਦੋਂ ਚੀਜ਼ਾਂ ਬੜੀਆਂ ਚੰਗੀਆਂ ਲੱਗਦੀਆਂ ਸਨ। ਅੱਜ ਨਾ ਉਸ ਉਮਰ ਦੇ ਵਿੱਚ ਖਾਣਾ ਚੰਗਾ ਲੱਗਦਾ ਹੈ, ਨਾ ਉਸ ਉਮਰ ਦੇ ਵਿੱਚ ਬਹੁਤਾ ਚੰਗਾ ਪਹਿਨਣਾ ਚੰਗਾ ਲੱਗਦਾ ਹੈ, ਨਾ ਹੀ ਚੇਤੇ ਰੱਖਣਾ ਕੋਈ ਐਸੀ ਚੀਜ਼ ਉਹਨੂੰ ਚੰਗੀ ਲੱਗਦੀ ਹੈ। ਹੁਣ ਕਹਿੰਦਾ ਇਹ ਚੀਜ਼ਾਂ ਨਹੀਂ, ਹੁਣ ਮੈਨੂੰ ਉਹ ਚੀਜ਼ਾਂ ਦਿਓ ਜਿਹੜੀਆਂ ਮੇਰੀਆਂ ਰਸਨਾਂ ਨੂੰ ਚੰਗੀਆਂ ਲੱਗਣ। ਹਜੂਰ ਕਹਿੰਦੇ ਆ ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ। ਹੇ ਫਰੀਦ ਵੇਖ ਹੁਣ ਤੱਕ ਜੋ ਹੋਇਆ ਉਹ ਇਹ ਹੈ ਕਿ ਦਾੜੀ ਭੂਰ ਹੋ ਜਾਣ ਕਰਕੇ ਦੁਨੀਆ ਦੇ ਮਿੱਠੇ ਪਦਾਰਥ ਵੀ ਦੁਖਦਾਈ ਲੱਗਦੇ ਨੇ। ਕਿਉਂਕਿ ਜਦੋਂ ਉਹ ਚੀਜ਼ਾਂ ਮਿੱਠੀਆਂ ਲੱਗਦੀਆਂ ਸਨ, ਉਦੋਂ ਹਰੇਕ ਚੀਜ਼ ਦੇ ਅੰਦਰ ਬਲ ਸੀ, ਹਰੇਕ ਚੀਜ਼ ਦੇ ਅੰਦਰ ਤਾਕਤ ਸੀ। ਪਰ ਹੁਣ ਜੀਭ ਦਾ ਵੀ ਬਲ ਚਲਾ ਗਿਆ, ਦੰਦਾਂ ਦਾ ਵੀ ਬਲ ਚਲਾ ਗਿਆ, ਹੁਣ ਆਹ ਗਲੇ ਦਾ ਵੀ ਬਲ ਚਲਾ ਗਿਆ, ਹੁਣ ਜਿੰਨਾ ਅੱਖਾਂ ਦੇ ਰਾਹੀਂ ਸਾਰੇ ਸੰਸਾਰ ਨੂੰ ਵੇਖਦਾ ਸੀ ਉਹਦਾ ਵੀ ਬਲ ਚਲਾ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇੱਕ ਬਚਨ ਸਾਂਝਾ ਕਰਾਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਆ, ਜਿਹੜੇ ਲਾਸਟ ਵਿੱਚ ਦੋਹਰੇ ਵਿੱਚ 4 ਸ਼ਬਦ ਸਤਿਗੁਰੂ ਜੀ ਨੇ ਉਚਾਰਨ ਕੀਤੇ ਆ ਨਾ, ਉਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ। ਜਦੋਂ ਬਲ ਖਤਮ ਹੋ ਜਾਏ ਨਾ, ਜਦੋਂ ਸਾਰਾ ਕੁਝ ਖਤਮ ਹੋ ਗਿਆ, ਹਜ਼ੂਰ ਦਾ ਬਚਨ ਆਪਾਂ ਪੜ੍ਹਦੇ ਹਾਂ, ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਨ। ਸਾਰਾ ਕੁਝ ਖਤਮ ਹੋ ਗਿਆ ਤੇ ਉਹਨੂੰ ਅੱਗੇ ਜਾ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ। ਜਦੋਂ ਕੁਝ ਵੀ ਉਪਾਅ ਨਹੀਂ ਚੱਲਦਾ, ਸਤਿਗੁਰੂ ਜੀ ਕਹਿੰਦੇ ਸਾਰੀਆਂ ਚੀਜ਼ਾਂ ਫਿਰ ਜ਼ਹਿਰ ਲੱਗਦੀਆਂ ਨੇ, ਕੌੜੀਆਂ ਲੱਗਦੀਆਂ ਨੇ। ਕਹਿੰਦਾ ਆ ਵੀ ਕੌੜੀ ਹੈ, ਆ ਵੀ ਚੀਜ਼ ਕੌੜੀ ਹੈ, ਹੁਣ ਮੈਨੂੰ ਕੁਝ ਚੰਗਾ ਨਹੀਂ ਲੱਗਦਾ, ਸਾਰੀਆਂ ਚੀਜ਼ਾਂ ਵਗਾ ਕੇ ਮਾਰਦਾ। ਤੇ ਇਸੇ ਨੂੰ ਭਗਤ ਫਰੀਦ ਜੀ ਕਹਿੰਦੇ ਆ। ਹੁਣ ਸ਼ੱਕਰ ਉਦਾਹਰਨ ਭਾਵੇਂ ਭਗਤ ਫਰੀਦ ਜੀ ਨੇ ਸ਼ੱਕਰ ਦੀ ਦਿੱਤੀ ਹੈ। ਵੇਖੋ ਮੈਂ ਇੱਕ ਬੇਨਤੀ ਹੋਰ ਕਰਾਂ, ਭਗਤ ਫਰੀਦ ਜੀ ਨੇ ਕਿੰਨੀ ਕਮਾਲ ਦੀ ਗੱਲ ਕੀਤੀ। ਉਹ ਸਮਾਂ ਸੀ ਜਦੋਂ ਭਗਤ ਫਰੀਦ ਜੀ ਨੇ ਆਪਣੀ ਮਾਂ ਨੂੰ ਇਹ ਗੱਲ ਆਖੀ ਸੀ, ਮਾਂ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ
ਉੱਥੇ ਕਹਿ ਰਿਹਾ ਸਾਰੀਆਂ ਚੀਜ਼ਾਂ ਹੀ ਮਿੱਠੀਆਂ ਨੇ। ਪਰ ਅੱਜ ਭਗਤ ਪ੍ਰੀਤ ਜੀ ਕਹਿੰਦੇ ਆ ਜਦੋਂ ਮੈਂ ਇਹਨਾਂ ਚੀਜ਼ਾਂ ਨੂੰ ਵੇਖਦਾ, ਜਦੋਂ ਦਾੜੀ ਭੂਰ ਹੋ ਜਾਂਦੀ ਹੈ, ਜਦੋਂ ਮੌਤ ਦਾ ਬੰਨਾ ਆਉਂਦਾ ਹੈ, ਅੱਜ ਉਹੀ ਚੀਜ਼ਾਂ ਜਿਹੜੀਆਂ ਕੱਲ ਮਿੱਠੀਆਂ ਲੱਗਦੀਆਂ ਸਨ ਉਹੀ ਜ਼ਹਿਰ ਬਣ ਜਾਂਦੀਆਂ ਨੇ। ਉਹ ਜ਼ਹਿਰ ਬਣ ਜਾਂਦੀਆਂ ਨੇ ਬੰਦੇ ਲਈ। ਕਿਉਂ? ਕੁਝ ਤੇ ਬੰਦੇ ਨੂੰ ਬਿਮਾਰੀਆਂ ਨੇ ਘੇਰਿਆ ਹੁੰਦਾ ਤੇ ਕੁਝ ਬੰਦਾ ਆਪਣੀ ਉਮਰ ਵੱਧਦੀ ਦਾ ਸਤਾਇਆ ਹੋਇਆ ਹੁੰਦਾ ਕਿ ਵੀ ਕਹਾਣੀ ਕੀ ਹੈ। ਸੋ ਭਗਤ ਪ੍ਰੀਤ ਜੀ ਕਹਿੰਦੇ ਆ ਸਾਈਂ ਬਾਝੋ ਆਪਣੇ ਵੇਦਨ ਕਹੀਐ ਕਿਸ। ਹੁਣ ਇਹ ਦੁੱਖ ਜਿਹੜਾ ਹੈ ਨਾ, ਦਾੜੀ ਹੋਈ ਭੂਰ, ਚਿੱਟੇ ਹੋਏ ਕੇਸ, ਇਹਨਾਂ ਦਾ ਦੁੱਖ ਬੰਦੇ ਨੂੰ ਨਹੀਂ ਸੁਣਾਇਆ ਜਾ ਸਕਦਾ। ਭਗਤ ਪ੍ਰੀਤ ਜੀ ਕਹਿੰਦੇ ਸਾਈਂ ਬਾਝੋ ਆਪਣੇ ਵੇਦਨ ਕਹੀਐ ਕਿਸ। ਆ ਜਿਹੜੀ ਤੇਰੇ ਅੰਦਰ ਦੀ ਵੇਦਨਾ ਹੈ ਨਾ, ਆ ਤੇਰੇ ਅੰਦਰ ਦੀ ਜਿਹੜੀ ਬੋਲ ਨੇ, ਇਹ ਤੂੰ ਆਪਣੇ ਸਾਈਂ ਅੱਗੇ ਕਹਿ, ਇਹ ਤੂੰ ਆਪਣੇ ਰੱਬ ਅੱਗੇ ਕਰ। ਕਿਉਂ? ਕਿਉਂਕਿ ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ। ਆ ਹੁਣ ਵਾਲੀ ਉਮਰ ਦੇ ਜਿਹੜੇ ਦੁੱਖ ਨੇ ਨਾ, ਹੁਣ ਵਾਲੀ ਉਮਰ ਦੇ ਜਿਹੜੇ ਤੇਰੇ ਸੁੱਖ ਨੇ, ਇਹ ਸਿਰਫ ਰੱਬ ਨੇ ਸੁਣਨੇ ਆ, ਤੇਰੇ ਕਿਸੇ ਬੰਦੇ ਨੇ ਨਹੀਂ ਸੁਣਨੇ। ਇੱਕ ਹੋਰ ਬੇਨਤੀ ਕਰਾਂ, ਅਕਸਰ ਹਾਲਾਤ ਬੰਦੇ ਦੇ ਵੱਧਦੀ ਹੋਈ ਉਮਰ, ਮੈਂ ਅਕਸਰ ਬੇਨਤੀ ਕਰਦਾ, ਦੋ ਉਮਰਾਂ ਹਮੇਸ਼ਾ ਸਹਾਰਾ ਮੰਗਦੀਆਂ ਨੇ। ਜਵਾਨੀ ਪੈਰ ਵਿੱਚ ਬੰਦਾ ਆਪਣੇ ਆਪ ਨੂੰ ਸੰਭਾਲ ਲੈਂਦਾ, ਪਰ ਇੱਕ ਬਚਪਨ ਤੇ ਇੱਕ ਬਜ਼ੁਰਗੀ, ਦੋਵੇਂ ਚੀਜ਼ਾਂ ਸਹਾਰਾ ਮੰਗਦੀਆਂ ਨੇ। ਪਰ ਬਚਪਨ ਵੀ ਸੰਭਾਲਿਆ ਜਾਂਦਾ, ਮਾਂ ਸਹਾਰਾ ਦੇ ਦਿੰਦੀ ਹੈ, ਪਿਤਾ ਸਹਾਰਾ ਦੇ ਦਿੰਦਾ, ਸੰਭਾਲਿਆ ਜਾਂਦਾ। ਪਰ ਚੇਤੇ ਰੱਖਣਾ, ਜਿਹੜੀ ਬਜ਼ੁਰਗੀ ਹੈ ਨਾ, ਇਸ ਅਵਸਥਾ ਦੇ ਵਿੱਚ ਅਸਲ ਵਿੱਚ ਨਾ ਤੇ ਕੋਈ ਬੱਚਾ ਕਹਿ ਲਈਏ ਕਿ ਵੀ ਧੀ ਪੁੱਤ, ਜਦੋਂ ਆਕੀ ਹੋ ਜਾਣਾ ਬੰਦੇ ਨੂੰ ਚੇਤੇ ਰੱਖਣਾ ਸਭ ਤੋਂ ਵੱਧ ਇਸੇ ਉਮਰ ਦੇ ਵਿੱਚ ਦੁੱਖ ਦਾ ਸੰਤਾਪ ਹੰਡਾਉਣਾ ਪੈਂਦਾ। ਜਿੰਨਾ ਦੁਖੀ ਬੰਦਾ ਇਸ ਉਮਰ ਵਿੱਚ, ਕਈ ਵਾਰ ਤਾਂ ਬਜ਼ੁਰਗਾਂ ਕੋਲੋਂ ਮੈਂ ਇਹ ਵੀ ਲਫ਼ਜ਼ ਸੁਣਦਾ, ਬੋਲ ਸੁਣਦਾ, ਉਹਨਾਂ ਬਜ਼ੁਰਗਾਂ ਨੂੰ ਪਰਮਾਤਮਾ ਸਲਾਮਤ ਰੱਖੇ, ਸਤਿਗੁਰ ਚੜ੍ਹਦੀ ਕਲਾ ਉਹਨਾਂ ਨੂੰ ਬਖਸ਼ੇ। ਇਹ ਬੋਲ ਮੈਂ ਅਕਸਰ ਉਹਨਾਂ ਦੇ ਮੂੰਹ ਤੋਂ ਸੁਣਦਾ ਕਿ ਵੀ ਨਾ ਤੇ ਹੁਣ ਧੀ ਸੰਭਾਲਣ ਵਾਲੀ ਹੈ, ਨਾ ਹੀ ਹੁਣ ਪੁੱਤ ਸੰਭਾਲਣ ਵਾਲਾ ਹੈ। ਰੱਬਾ ਤੇਰੇ ਚਰਨਾਂ ਵਿੱਚ ਅਰਦਾਸ ਹੈ, ਤੂੰ ਹੀ ਮੈਨੂੰ ਸੰਭਾਲ ਲੈ। ਭਾਵ ਹੁਣ ਤਾਂ ਤੂੰ ਮੈਨੂੰ ਚੁੱਕ ਲੈ, ਵੇਦਨ ਕਹੀਐ ਕਿਸ। ਹੁਣ ਤੂੰ ਆਹ ਗੱਲਾਂ ਕਰਕੇ ਰੱਬ ਨੂੰ ਆ ਵੇਦਨਾ ਸੁਣਾ ਸਕਦਾ, ਹੋਰ ਕਰ ਕੁਝ ਨਹੀਂ ਸਕਦਾ। ਕਿਉਂ? ਸੰਭਾਲਣ ਵਾਲਾ ਕੋਈ ਨਹੀਂ। ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਨੂੰ ਸੰਭਾਲਿਆ ਉਹਨਾਂ ਨੂੰ ਕੋਟ ਕੋਟ ਪ੍ਰਣਾਮ, ਤੇ ਜਿਹੜੇ ਨਹੀਂ ਸੰਭਾਲਦੇ, ਸਤਿਗੁਰੂ ਜੀ ਨੇ ਉਹਨਾਂ ਨੂੰ ਫਟਕਾਰਾਂ ਤੇ ਲਾਹਨਤਾਂ ਪਾਈਆਂ ਨੇ। ਅਗਲੀ ਸਲੋਕ ਵਿੱਚ ਹਜ਼ੂਰ ਕਹਿੰਦੇ, ਫਰੀਦਾ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ। ਜਿਨ੍ਹਾਂ ਅੱਖਾਂ ਦੇ ਰਾਹੀਂ ਵੇਖਦਾ ਸੀ ਸਾਰਾ ਸੰਸਾਰ ਵੇਖਿਆ। ਇੱਕ ਨਾ ਭਾਈ ਗੁਰਦਾਸ ਜੀ ਦਾ ਬਚਨ ਹੈ, ਭਾਈ ਗੁਰਦਾਸ ਜੀ ਨੇ ਅੱਖਾਂ ਦੀ ਗੱਲ ਕੀਤੀ। ਭਾਈ ਗੁਰਦਾਸ ਜੀ ਕਹਿੰਦੇ ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਭਾਵ ਆ ਜਿੰਨੇ ਵੀ ਰੰਗ ਤਮਾਸ਼ੇ ਸੰਸਾਰ ਦੇ ਨੇ, ਇਹਨਾਂ ਅੱਖਾਂ ਦੇ ਨਾਲ ਭਾਈ ਗੁਰਦਾਸ ਜੀ ਕਹਿੰਦੇ ਵੇਖੇ। ਪਰ ਬੰਦੇ ਨੂੰ ਪੁੱਛਿਓ, ਭਾਵੇਂ ਅੱਖਾਂ ਦੇ ਵਿੱਚੋਂ ਦਿਸਦਾ ਨਹੀਂ, ਹੁਣ ਭਾਵੇਂ ਨੀਰ ਬਹਿ ਬਹਿ ਚੱਲੇ ਜੀਓ, ਅੱਖਾਂ ਦੇ ਵਿੱਚੋਂ ਨੀਰ ਬਹਿ ਰਿਹਾ। ਹੁਣ ਕਹਿੰਦੇ ਆ ਜਿਹੜਾ ਗਲਾ, ਜਿਹੜਾ ਬੜੀ ਸੋਹਣੀ ਆਵਾਜ਼ ਕੱਢ ਲੈਂਦਾ ਸੀ, ਬੜੇ ਸੋਹਣੇ ਮੇਰੇ ਵਾਂਗ ਅੱਖਰ ਬੋਲ ਲੈਂਦਾ ਸੀ, ਕਹਿਣ ਲੱਗੇ ਹੁਣ ਕੀ ਹੋਇਆ, ਰੁੱਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਣੀ। ਕਹਿਣ ਲੱਗੇ ਉਹਨੂੰ ਕਦੀ ਪੁੱਛ ਕੇ ਵੇਖਿਓ ਜਿਹਨੇ ਸਾਰੇ ਸੰਸਾਰ ਦੀਆਂ ਇਹਨਾਂ ਅੱਖਾਂ ਦੇ ਨਾਲ ਇਹ ਤਮਾਸ਼ੇ ਵੇਖੇ ਹੋਣ, ਜਿਹਨੇ ਸੰਸਾਰ ਨੂੰ ਆਪਣੇ ਸੋਹਣੇ ਗਲੇ ਦੇ ਨਾਲ ਭਰਮਾ ਲਿਆ ਹੋਵੇ, ਉਹਨੂੰ ਬੰਦੇ ਨੂੰ ਪੁੱਛਿਓ ਅੱਜ ਤੇਰੀਆਂ ਉਹ ਅੱਖਾਂ ਨਜ਼ਰ ਨਹੀਂ ਆਉਂਦੀਆਂ। ਅੱਜ ਉਸ ਬੰਦੇ ਨੂੰ ਪੁੱਛਿਓ ਅੱਜ ਉਹ ਤੇਰਾ ਗਲਾ ਕਿਉਂ ਇੰਨਾ ਖਰਾਬ ਹੋ ਗਿਆ, ਉਸ ਗਲੇ ਦੇ ਵਿੱਚੋਂ ਅੱਜ ਇੱਕ ਅੱਖਰ ਸੋਹਣਾ ਨਹੀਂ। ਅੱਜ ਤੇਰੇ ਗਲੇ ਵਿੱਚੋਂ ਬੋਲ ਨਿਕਲਦਾ ਹੈ ਤੇ ਤੇਰੇ ਘਰ ਦੇ ਹੀ ਤੇਰੀ ਆਵਾਜ਼ ਨੂੰ ਸੁਣਨਾ ਪਸੰਦ ਨਹੀਂ ਕਰਦੇ। ਭਗਤ ਫਰੀਦ ਜੀ ਕਹਿੰਦੇ ਫਰੀਦਾ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ। ਹੁਣ ਭਗਤ ਫਰੀਦ ਜੀ ਕਹਿੰਦੇ ਆ ਕੰਨ ਜਿਨ੍ਹਾਂ ਦੇ ਰਾਹੀਂ ਸਾਰੀ ਜ਼ਿੰਦਗੀ ਸੁਣਿਆ, ਕਿਸੇ ਨੇ ਚੰਗਾ ਸੁਣਿਆ, ਕਿਸੇ ਨੇ ਮੰਦਾ ਸੁਣਿਆ। ਭਗਤ ਫਰੀਦ ਜੀ ਕਹਿੰਦੇ ਚੰਗਾ ਸੁਣਨ ਵਾਲਾ ਭਾਵੇਂ ਹੋਵੇ, ਭਾਵੇਂ ਮੰਦਾ ਸੁਣਨ ਵਾਲਾ ਹੋਵੇ, ਜਦੋਂ ਇਸ ਉਮਰ ਵਿੱਚ ਆਉਂਦਾ ਚੇਤੇ ਰੱਖਣਾ ਅੱਖਾਂ ਵੀ ਜਵਾਬ ਦੇ ਦਿੰਦੀਆਂ ਨੇ, ਕੰਨ ਵੀ ਜਵਾਬ ਦੇ ਦਿੰਦੇ ਆ। ਹੁਣ ਨਾ ਕੰਨ ਸਾਥ ਦਿੰਦੇ ਆ ਨਾ ਅੱਖਾਂ ਸਾਥ ਦਿੰਦੀਆਂ ਨੇ। ਤੇ ਹਜ਼ੂਰ ਅੱਗੇ ਕਹਿੰਦੇ ਆ ਸਾਕ ਪਕੰਦੀ ਆਈਆ
होर करेंदी वन। हे फरीद कहन लगे निरा अखां ते कन ही नहीं, सारा शरीर ही बिरध हो गया। तो मैं एक भगत कबीर जी का आप जी के नाल बचन साझा करके विचार की समाप्ति कर लगा। भगत फरीद जी कहते कहन लगे किन्ना बावरा मनुख है, किन्ना बौला भाव कह लिए कि भी मूर्ख बंदा है। सारी जिंदगी लंघ गई, समझिया कुछ भी नहीं, पता नहीं लगा कि भी जिंदगी विच बदलाव हो रहा है। इनू पता होना चाहिए सी जे जिंदगी विच बदलाव हो रहा है तो मैं अपनी जिंदगी दे विच कुछ ज्ञान खटदा, मैं अपनी जिंदगी दे विच कुछ समझ लैंदा। ते भगत कबीर जी कहते बावरे तैं ज्ञान विचार ना पाया, बिरथा जन्म गवाया। हे बावरे मनुख तू कोई ज्ञान की गल नहीं सीखी। बचपन आया तू उदों कुछ नहीं माणिया, जवानी पैर आई तू उदों ज्ञान की गल नहीं की, बजुर्गी आई हुण सब कुछ हार गया ते तावी जाके तू ज्ञान की गल नहीं सिवची, तू तो अपना बिरथा जन्म गवा लिया। मैं बेनती करा जीवन व्यर्थ नहीं, जीवन नूं आपां सकारत करना है, जीवन अकारथ नहीं। जदों आपां सलोक धन गुरु तेग बहादुर महाराज जी दे विचारे सी, पहला सलोक जीवन सफल करन दी जाच दसदा है। धन गुरु तेग बहादुर महाराज जी कहंदे आ बंदिया जे तू रब दे गुण नहीं ना गा रहा, इहदा मतलब है जीवन व्यर्थ जा रहा है। आपां बचन पढ़ते हैं धन गुरु तेग बहादुर महाराज जी का, गुण गोबिंद गायो नहीं, बावरे तैं ज्ञान विचार ना पाया, गुण गोबिंद गायो नहीं, जन्म अकारथ कीन, अपने जन्म नूं अकारथ कर लिया। ते अगे गुरु तेग बहादुर महाराज जी कहते जे ज्ञान पाया हुंदा, भगत कबीर जी कहते जे समझ पाई हुंदी, जे तेनू मत आई हुंदी, गुण गोबिंद गायो नहीं, जन्म अकारथ कीन, कहो नानक हर भज मना जे बिद जल को। मीन जे ज्ञान आया हुंदा तेनू मछली की उदाहरण दे के समझाया सी तू रब नूं ते आ, क्योंकि कल नूं उम्र दा पड़ा तू लंघने ने, तेरे आ लंघदी होई उम्र, तेरे लंघदे होए जिंदगी दे सवास जिहड़े सुहेले हो जांदे। इसे करके भगत फरीद जी ने पिछे एक वचन किया सी, तिल थोड़े ने संभल के चली, संभल के बुक भरी, किते ये ना होवे थोड़े तिलों नूं वेख के सारी गंठड़ी ही गुणां दी गवा दवें। गुण गवाने नहीं, गुण आपां धारण करने आ। सो भगत फरीद जी दे ये 3 वचन 9 नंबर सलोक, 10 नंबर सलोक ते 11 नंबर सलोक दे अंदर भगत फरीद जी ने लंघदी उम्र दे जिहड़े मौत वल वधदे कदम ने, उन्हां कदमां दे बारे, साडी जिंदगी दा एक सच, साडी जिंदगी दी एक हकीकत साडे सामने रख के साडी जिंदगी दी विचार सानू दस दिते। कल नूं अगले सलोकां दी विचार करांगे जी। इन्नी को बेनती प्रवान करियो। भुल्लां दी खिमा। वाहिगुरू जी का खालसा, वाहिगुरू जी की फतेह। राम कली।